ਸਕੂਲਾਂ ਨੂੰ ਕਹਿੰਦੇ ਸੀ ਨੇਸ਼ਨ ਬਿਲਡਰ, ਪਰ ਹੁਣ ਇਹ ਨੇਸ਼ਨ ਬਿਲਡਰ ਨਹੀਂ ਰਹੇ, ਇਹ ਇਕੱਲੇ ਬਿਲਡਰ ਬਣ ਗਏ। ਬਿਲਡਰ ਆ ਇਹ ਬੰਦੇ ਜਿਹੜੇ ਹੈਗੇ ਆ, ਇਹਨਾਂ ਨੇ ਦੁਕਾਨਾਂ ਖੋਲ੍ਹ ਲਈਆਂ। ਵਿੱਦਿਆ ਦਾ ਮੰਦਿਰ ਨਹੀਂ ਹੈਗਾ ਹੁਣ ਸਕੂਲ, ਵਿੱਦਿਆ ਦਾ ਮੰਦਿਰ ਨਹੀਂ, ਇੱਕ ਦੁਕਾਨ, ਇੱਕ ਮਾਲ ਬਣ ਗਿਆ ਇਹ, ਜਿੱਥੋਂ ਕਿਤਾਬਾਂ ਵੀ ਮਿਲਣੀਆਂ, ਜਿੱਥੋਂ ਜੁੱਤੀਆਂ ਵੀ ਮਿਲਣੀਆਂ, ਜਿੱਥੋਂ ਵਰਦੀਆਂ ਵੀ ਮਿਲਣੀਆਂ, ਜਿੱਥੋਂ ਇਹਨਾਂ ਨੂੰ ਬਾਕੀ ਚਾਰजेस ਵੀ ਲੈਣੇ, ਇੱਕ ਮਾਲ ਬਣ ਗਿਆ ਇਹ। ਤੱਕੜ ਸਾਹਿਬ ਸਿਆਣੇ ਕਹਿੰਦੇ ਹੁੰਦੇ ਆ, ਬਿਮਾਰੀ ਜਿੰਨੀ ਪੁਰਾਣੀ ਹੋਵੇ ਨਾ, ਉਹਦਾ ਇਲਾਜ ਵੀ ਉਨਾ ਲੰਬਾ ਹੀ ਚੱਲਦਾ। ਇਹ ਬਿਮਾਰੀ ਬਹੁਤ ਪੁਰਾਣੀ ਆ, ਇਹਦਾ ਇਲਾਜ ਥੋੜਾ ਲੰਬਾ ਚੱਲਣਾ। ਸਮਝ ਇਹ ਨਹੀਂ ਆਉਂਦੀ ਵੀ ਸਭ ਤੋਂ ਪਹਿਲਾਂ ਜਦੋਂ ਜਰਨੈਲ ਨੰਗਲ ਦਾ ਨਾਂ ਆਉਂਦਾ, ਪੈਨ ਤੇ ਪੇਪਰ ਤਿਆਰ ਹੀ ਹੁੰਦਾ ਸਾਈਨ ਕਰਨ ਦੇ ਲਈ, ਆਹ ਧਰਾਵਾਂ ਹੇਠ ਪਰਚਾ ਦਰਜ। ਪੁਲਿਸ ਦੀ ਕਾਰਗੁਜ਼ਾਰੀ, ਅਸੀਂ ਤਾਂ ਐਵੇਂ ਨਹੀਂ ਕਹਿੰਦੇ ਹੈਗੇ ਵੀ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਉਹ ਸ਼ੱਕ ਦੇ ਘੇਰੇ 'ਚ ਆ। ਇੱਥੇ ਦੋ ਪੈਮਾਨੇ ਵਰਤੇ ਜਾਂਦੇ ਆ। ਤੁਹਾਡੇ ਤੇ ਇੱਕ ਧਾਰਾ ਲੱਗੀ ਆ ਵੀ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾਇਆ, ਉਹ ਕਿਹੜਾ ਵਿਘਨ ਪਾਇਆ ਤੁਸੀਂ? ਹੁਣ ਮੈਂ ਉਹਨਾਂ ਨੂੰ ਇਹ ਪੁੱਛਦਾ ਵੀ ਮੈਨੂੰ ਸੁਪਰਡੈਂਟ ਸਾਹਿਬ ਦਿਖਾਓ ਕਿਹੜੇ ਆ ਜਿਨ੍ਹਾਂ ਨੇ ਇਹ ਸਟੇਟਮੈਂਟ ਦਿੱਤੀ ਵੀ ਸਰਕਾਰੀ ਕੰਮ 'ਚ ਵਿਘਨ ਪਾਇਆ। ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਦਫ਼ਤਰ 'ਚ ਹੈ ਨਹੀਂ ਸੀ, ਅਸੀਂ ਬਾਹਰ ਬੈਠੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਕੰਮ 'ਚ ਵਿਘਨ ਕਿਹੜਾ ਪੈ ਗਿਆ? ਕੰਮ ਤਾਂ ਤੁਸੀਂ ਕੀਤਾ ਹੀ ਨਹੀਂ। ਵਿਘਨ ਮੈਂ ਕਿਹਾ ਸਰਕਾਰੀ ਕੰਮ 'ਚ ਤਾਂ ਨਹੀਂ ਅਸੀਂ ਪਾਇਆ ਹੋਊਗਾ, ਤੁਹਾਡੇ ਕਿਸੇ ਪਰਸਨਲ ਕੰਮ 'ਚ ਵਿਘਨ ਪੈ ਗਿਆ ਹੋਊਗਾ, ਮੈਂ ਕਹਿ ਨਹੀਂ ਸਕਦਾ। ਪਰਸਨਲ ਕੰਮ ਕਿਹੜਾ ਕਹਿ ਰਹੇ ਹੋ ਤੁਸੀਂ? ਹੁਣ ਮੈਨੂੰ ਕੀ ਪਤਾ ਕਿਹੜਾ ਪਰਸਨਲ ਹੋਊਗਾ, ਕਿਉਂਕਿ ਜਦੋਂ ਦਫ਼ਤਰ 'ਚ ਤਾਂ ਇਹ ਹੈ ਨਹੀਂ ਸੀਗੇ, ਫਿਰ ਵਿਘਨ ਕਿਹੜੀ ਕੰਮ 'ਚ ਪਾਤਾ? ਪੂਰੇ ਪੰਜਾਬ ਭਰ ਵਿੱਚ ਪਿਛਲੇ 1 ਸਾਲ ਤੋਂ ਪ੍ਰਾਈਵੇਟ ਸਕੂਲਾਂ ਖਿਲਾਫ ਬੱਚਿਆਂ ਦੇ ਮਾਪਿਆਂ ਨੇ ਤੇ ਬਹੁਤ ਸਾਰੀ ਇਹੋ ਜਿਹੀ ਲੀਡਰਸ਼ਿਪ ਆ ਜਿਨ੍ਹਾਂ ਨੇ ਲੜਾਈ ਵਿੱਢੀ ਹੋਈ ਸੀ, ਜਿਸ ਦੇ ਚੱਲਦਿਆਂ ਫਗਵਾੜਾ ਵਿਖੇ ਵੀ ਲੋਕ ਇਨਸਾਫ ਪਾਰਟੀ ਦੇ ਦੁਆਬਾ ਦੇ ਪ੍ਰਧਾਨ ਜਰਨੈਲ ਨੰਗਲ ਹੋਣਾ ਵੱਲੋਂ ਵੀ ਵੱਡੇ ਪੱਧਰ ਤੇ ਲੜਾਈ ਲੜੀ ਜਾ ਰਹੀ ਹੈ ਪਿਛਲੇ 1 ਸਾਲ ਤੋਂ, ਜਿਸ ਦੇ ਚੱਲਦਿਆਂ ਅਜੇ ਤੱਕ ਕੋਈ ਵੀ ਗੱਲ ਸਿਰੇ ਤੇ ਨਾ ਪਹੁੰਚਣ ਤੇ ਕੱਲ ਏਡੀਸੀ ਦਫ਼ਤਰ ਦੇ ਅੱਗੇ ਇਹਨਾਂ ਵੱਲੋਂ ਜਿਹੜਾ ਕਿ ਧਰਨਾ ਵੀ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਪਰਚਾ ਵੀ ਦਰਜ ਕਰ ਦਿੱਤਾ ਗਿਆ, ਜਿਹਦੇ ਵਿੱਚ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ, ਕਰਫਿਊ ਦੇ ਤੋੜਨ ਦੇ ਨਿਯਮਾਂ ਤੇ ਨਾਲ ਹੀ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਵਿਘਨ ਪਾਉਣ ਦਾ ਉਹ ਵੀ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਏਡੀਸੀ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਆ, ਉਸ ਵਿੱਚ ਕਿਹੜੀਆਂ ਗੱਲਾਂ ਹੋਈਆਂ, ਕੀ ਨਤੀਜੇ ਨਿਕਲੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਭਾਜੀ ਤੁਸੀਂ ਕੱਲ ਇੱਥੇ ਆਏ ਸੀ, ਤੁਸੀਂ ਇੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ, ਆਪਣਾ ਰੋਸ ਜ਼ਾਹਰ ਕਰਦੇ ਸੀ, ਤੁਸੀਂ ਕਹਿੰਦੇ ਵੀ ਏਡੀਸੀ ਸਾਹਿਬ ਆਉਣ ਤੇ ਆਪਾਂ ਗੱਲ ਕਰੀਏ, ਪਰ ਉਹ ਨਹੀਂ ਆਏ, ਪਰ ਉਲਟਾ ਹੋਇਆ ਕਿ ਇਹ ਤੁਹਾਡੇ ਦੇ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਦਿੱਤਾ ਗਿਆ, ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ ਬਈ ਤੁਸੀਂ ਲੋਕਾਂ ਦੀ ਆਵਾਜ਼ ਨੂੰ ਜਿਹੜਾ ਆ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਕਰ ਰਹੇ ਹੋ, ਤੁਹਾਡਾ ਧੰਨਵਾਦ। ਔਰ ਦੂਸਰਾ ਧੰਨਵਾਦ ਮੈਂ ਸਰਕਾਰ ਦਾ ਕਰੂੰਗਾ ਤੇ ਇੱਥੋਂ ਫਗਵਾੜਾ ਪੁਲਿਸ ਦਾ ਕਰੂੰਗਾ ਵੀ ਜਿਨ੍ਹਾਂ ਨੇ ਪਰਚਾ ਦਰਜ ਕਰਨ ਦੇ ਲਈ ਮਿੰਟ ਨਹੀਂ ਲਗਾਇਆ। ਧੰਨਵਾਦ ਆ, ਕਿਉਂਕਿ ਮੈਨੂੰ ਪਤਾ ਸੀ ਵੀ ਇਹ ਗਿਫਟ ਆ ਸਰਕਾਰ ਵੱਲੋਂ। ਜਦੋਂ ਲੋਕਾਂ ਦੀ ਲੜਾਈ ਲੜਨੀ ਆ, ਸਰਕਾਰ ਦੇ ਖਿਲਾਫ ਲੜਾਈ ਲੜਨੀ ਆ, ਤੇ ਇਦਾਂ ਦੇ ਗਿਫਟ ਜਿਹੜੇ ਮਿਲਣੇ ਆ, ਇਹ ਮੈਡਲ ਜਿਹੜੇ ਆ, ਇਹ ਪਰਚੇ ਨਹੀਂ ਹੈਗੇ, ਮੈਡਲ ਆ। ਪਰ ਲੀਡਰਸ਼ਿਪ ਹੋਰ ਬਹੁਤ ਆ ਫਗਵਾੜੇ ਦੇ ਵਿੱਚ, ਉਹ ਵੀ ਤੁਹਾਡੇ ਵਾਂਗੂ ਕਾਫੀ ਐਕਟੀਵਿਟੀਆਂ ਕਰਦੇ ਹੈਗੇ। ਉਹ ਕਹਿੰਦੇ ਜੀ ਅਸੀਂ ਤਾਂ ਸਿਆਸੀ ਲੀਡਰ ਹੈਗੇ ਆ, ਪਰ ਸਮਝ ਇਹ ਨਹੀਂ ਆਉਂਦੀ ਵੀ ਸਭ ਤੋਂ ਪਹਿਲਾਂ ਜਦੋਂ ਜਰਨੈਲ ਨੰਗਲ ਦਾ ਨਾਂ ਆਉਂਦਾ, ਪੈਨ ਤੇ ਪੇਪਰ ਤਿਆਰ ਹੀ ਹੁੰਦਾ ਸਾਈਨ ਕਰਨ ਦੇ ਲਈ, ਆਹ ਧਾਰਾਵਾਂ ਹੇਠ ਪਰਚਾ ਦਰਜ, ਕਿਉਂਕਿ ਇਸ ਵੇਲੇ ਮੀਡੀਆ ਕੋਲ ਕਾਫੀ ਪ੍ਰੂਫ ਹੈਗੇ ਆ, ਵੱਖ-ਵੱਖ ਕਿੱਥੇ ਇਕੱਠ ਹੋਏ ਆ, ਕਿੱਥੇ ਕਾਨੂੰਨ ਦੀਆਂ ਧੱਜੀਆਂ ਅੱਡੀਆਂ, ਉਹ ਅਜੇ ਵੀ ਜਿਉਂ ਦਾ ਤਿਉਂ ਫਾਈਲਾਂ ਖੁੱਲੀਆਂ ਪਈਆਂ, ਤੁਹਾਡੇ ਸਾਈਨ ਕਰਕੇ ਪਰਚਾ ਦਰਜ ਕਰਕੇ ਫਾਈਲ ਬੰਦ ਕਰ ਦਿੱਤੀ। ਮੈਂ ਤਾਂ ਹੀ ਕਹਿੰਦਾ ਜੀ ਧੰਨਵਾਦ ਆ ਉਹਨਾਂ ਦਾ, ਕਿਉਂਕਿ ਪੁਲਿਸ ਜਿਹੜੀ ਆ ਨਾ, ਪੁਲਿਸ ਦੀ ਕਾਰਗੁਜ਼ਾਰੀ, ਅਸੀਂ ਤਾਂ ਐਵੇਂ ਨਹੀਂ ਕਹਿੰਦੇ ਹੈਗੇ ਵੀ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਉਹ ਸ਼ੱਕ ਦੇ ਘੇਰੇ 'ਚ ਆ। ਇੱਥੇ ਦੋ ਪੈਮਾਨੇ ਵਰਤੇ ਜਾਂਦੇ ਆ। ਇੱਥੇ ਐਮਐਲਏ ਸਾਹਿਬ ਕਿਸੇ ਵਿਆਹ ਦੇ ਵਿੱਚ ਭੰਗੜਾ ਪਾਉਂਦੇ ਆ, ਕੋਈ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਹੈਗਾ, ਕੋਈ ਕਿਸੇ ਤਰੀਕੇ ਨਾਲ ਕਿਸੇ ਲੋਕਡਾਊਨ ਦੇ ਹੁਕਮਾਂ ਦੀ ਉਲੰਘਣਾ ਸ਼ਰੇਆਮ ਹੋ ਰਹੀ ਆ, ਲੇਕਿਨ ਉੱਤੇ ਪੁਲਿਸ ਕਹਿੰਦੀ ਆ ਵੀ ਅਸੀਂ ਜਾਂਚ ਕਰਾਂਗੇ, ਅਸੀਂ ਜਾਂਚ ਕਰਾਂਗੇ। ਤੇ ਜਦੋਂ ਜਰਨੈਲ ਨੰਗਲ ਦਾ ਨਾਮ ਆਉਂਦਾ, ਉੱਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਜਾਂਚ ਹੁੰਦੀ ਆ, ਉੱਥੇ ਜਾਂਚ ਹੋਣ ਤੋਂ ਬਾਅਦ ਐਫਆਈਆਰ ਹੋਣੀ ਆ। ਉਹ ਤਾਂ ਹੋਣੀ ਹੀ ਨਹੀਂ, ਆਪਾਂ ਨੂੰ ਪਤਾ ਵੀ ਠੰਡੇ ਵਾਸਤੇ 'ਚ ਆ। ਪਰ ਕੋਈ ਗੱਲ ਨਹੀਂ, ਆਪਾਂ ਨੂੰ ਤਾਂ ਇੰਨਾ ਹੈਗਾ ਵੀ ਅਸੀਂ ਲੜਾਈ ਲੋਕਾਂ ਦੀ ਲੜ ਰਹੇ ਹਾਂ। ਜੇ ਪਰਚਾ ਦਰਜ ਹੋਇਆ, ਪਰਚੇ ਦੇ ਵਿੱਚ ਮੈਂ ਹੁਣ ਮਾਨਯੋਗ ਏਡੀਸੀ ਸਾਹਿਬ ਨੂੰ ਮਿਲ ਕੇ ਆਇਆ, ਕਿਉਂਕਿ ਏਡੀਸੀ ਸਾਹਿਬ ਅੱਜ ਮੈਂ ਫਿਰ ਫਗਵਾੜਾ ਨਿਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਵਧਾਈ ਦਿੰਦਾ ਵੀ ਏਡੀਸੀ ਸਾਹਿਬ ਦਫ਼ਤਰ ਦੇ ਵਿੱਚ ਮਿਲ ਗਏ ਉਹਨਾਂ ਨੂੰ, ਕਿਉਂਕਿ ਉਹ ਅਕਸਰ ਮਿਲਦੇ ਹੀ ਨਹੀਂ ਹੁੰਦੇ। ਪਰ ਤੁਹਾਡੇ ਤੇ ਇੱਕ ਧਾਰਾ ਲੱਗੀ ਆ ਵੀ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾਇਆ, ਉਹ ਕਿਹੜਾ ਵਿਘਨ ਪਾਇਆ ਤੁਸੀਂ? ਮੈਂ ਉਹੀ ਗੱਲ ਕਰਨ ਲੱਗਾ ਜੀ। ਮੈਂ ਏਡੀਸੀ ਸਾਹਿਬ ਨੂੰ ਪੁੱਛਿਆ ਵੀ ਏਡੀਸੀ ਸਾਹਿਬ ਤੁਸੀਂ ਆਪਣੇ ਸੁਪਰਡੈਂਟ ਦੇ ਕੋਲੋਂ ਬਿਆਨ ਦਵਾ ਕੇ ਮੇਰੇ ਤੇ ਐਫਆਈਆਰ ਦਰਜ ਕਰਵਾਈ ਆ, ਇਹ ਏਡੀਸੀ ਸਾਹਿਬ ਵੱਲੋਂ ਮੈਨੂੰ ਦੂਜਾ ਤੋਹਫਾ ਆ। ਇੱਕ ਪਹਿਲਾਂ ਇਹਨਾਂ ਨੇ ਪਰਚਾ ਦਰਜ ਕਰਾਇਆ ਸੀ ਮੇਰੇ ਤੇ, ਉਹ ਪਿਛਲੇ ਸਾਲ ਜਦੋਂ ਅਸੀਂ ਓਂਕਾਰ ਨਗਰ ਦੇ ਜਿਹੜਾ ਸੀਗਾ ਕੂੜੇ ਦੇ ਢੇਰ ਲੱਗੇ ਹੋਏ ਸੀ, ਅਸੀਂ ਉਹਨਾਂ ਨੂੰ ਹਟਾਉਣ ਵਾਸਤੇ ਇੱਥੇ ਮੰਗ ਪੱਤਰ ਦੇਣ ਆਏ ਸੀ। ਉਹ ਇੱਕ ਪਰਚਾ ਇਹਨਾਂ ਨੇ ਉਦੋਂ ਦਰਜ ਕਰਵਾਇਆ ਸੀ, ਉਦੋਂ ਅਸੀਂ 6 ਜਣੇ ਸੀ, ਇਹਨਾਂ ਨੇ 9 ਦੇ ਪਰਚਾ ਦਰਜ ਕਰਾਇਆ। ਕੱਲ ਅਸੀਂ 8 ਸੀਗੇ, ਇਹਨਾਂ ਨੇ 15 ਅਣਪਛਾਤੇ ਲਿਖ ਦਿੱਤੇ ਆ। ਹੁਣ ਮੈਂ ਕਿਹਾ ਵੀ ਨਾਲ ਦੇ ਸੇਵਾਦਾਰ ਨਾ ਕਿਤੇ ਆਪਣੇ ਬਣਾ ਲਿਓ, ਉਹ ਸੇਵਾਦਾਰ ਵਿਚਾਰੇ ਆਪਣੇ ਕੁਰਸੀਆਂ ਤੇ ਬੈਠੇ ਸੀ ਸਾਡੇ ਲਾਗੇ, ਕਿਤੇ ਉਹਨੂੰ ਬਣਾ ਦੇਣ ਇਹ। ਹੁਣ ਮੈਂ ਉਹਨਾਂ ਨੂੰ ਇਹ ਪੁੱਛਦਾ ਵੀ ਮੈਨੂੰ ਸੁਪਰਡੈਂਟ ਸਾਹਿਬ ਦਿਖਾਓ ਕਿਹੜੇ ਆ ਜਿਨ੍ਹਾਂ ਨੇ ਇਹ ਸਟੇਟਮੈਂਟ ਦਿੱਤੀ ਵੀ ਸਰਕਾਰੀ ਕੰਮ 'ਚ ਵਿਘਨ ਪਾਇਆ। ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਦਫ਼ਤਰ 'ਚ ਹੈ ਨਹੀਂ ਸੀ,
ਅਸੀਂ ਬਾਹਰ ਬੈਠੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਕੰਮ 'ਚ ਵਿਘਨ ਕਿਹੜਾ ਪੈਗਾ? ਕੰਮ ਤਾਂ ਤੁਸੀਂ ਕੀਤਾ ਹੀ ਨਹੀਂ। ਵਿਘਨ ਕਿਹੜਾ ਪਿਆ? ਅਸੀਂ ਤਾਂ ਤੁਹਾਨੂੰ ਕਹਿਣ ਆਏ ਵੀ ਕੰਮ ਕਰੋ, ਅਸੀਂ ਤਾਂ ਤੁਹਾਨੂੰ ਕੰਮ ਕਰਾਉਣ ਵਾਸਤੇ ਆਏ ਆ ਇੱਥੇ, ਤੇ ਤੁਸੀਂ ਕਹਿੰਦੇ ਵਿਘਨ ਪਾਤਾ। ਵਿਘਨ ਮੈਂ ਕਿਹਾ ਸਰਕਾਰੀ ਕੰਮ 'ਚ ਤਾਂ ਨਹੀਂ ਅਸੀਂ ਪਾਇਆ ਹੋਊਗਾ, ਤੁਹਾਡੇ ਕਿਸੇ ਪਰਸਨਲ ਕੰਮ 'ਚ ਵਿਘਨ ਪੈ ਗਿਆ ਹੋਊਗਾ, ਮੈਂ ਕਹਿ ਨਹੀਂ ਸਕਦਾ। ਪਰਸਨਲ ਕੰਮ ਕਿਹੜਾ ਕਹਿ ਰਹੇ ਹੋ ਤੁਸੀਂ? ਹੁਣ ਮੈਨੂੰ ਕੀ ਪਤਾ ਕਿਹੜਾ ਪਰਸਨਲ ਹੋਊਗਾ, ਕਿਉਂਕਿ ਜਦੋਂ ਦਫ਼ਤਰ 'ਚ ਤਾਂ ਇਹ ਹੈ ਨਹੀਂ ਸੀਗੇ, ਫਿਰ ਵਿਘਨ ਕਿਹੜੀ ਕੰਮ 'ਚ ਪਾਤਾ? ਦਫ਼ਤਰ ਦੇ ਅਸੀਂ ਬਾਹਰ ਬੈਠੇ ਆ, ਬੈਠਣ ਲਈ ਕੁਰਸੀ ਹੈ ਨਹੀਂ ਸੀ, ਅਸੀਂ ਦਰੀ ਤੇ ਬਹਿ ਗਏ। ਹੁਣ ਗੱਲ ਕਿੱਥੇ ਜਾਏਗਾ ਮੁੱਕੀ ਹੈ? ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕੁਛ ਰੋਜ਼ ਨਹੀਂ ਕਰ ਰਹੇ ਹੋ, ਜਿਹੜਾ ਤੁਸੀਂ ਕਹਿ ਰਹੇ ਹੋ ਵੀ ਗੱਲ ਕੋਈ ਨਹੀਂ ਮੁੱਕੀ ਜੀ, ਗੱਲ ਕੁਛ ਨਹੀਂ ਮੁੱਕੀ। ਗੱਲ ਤਾਂ ਇਹ ਆ ਵੀ ਅਸੀਂ ਕਹਿੰਦੇ ਆ, ਮੈਂ ਅੱਜ ਵੀ ਏਡੀਸੀ ਸਾਹਿਬ ਨੂੰ ਕਿਹਾ ਵੀ ਜਾਂ ਤਾਂ ਤੁਸੀਂ ਇਹ ਕਹਿ ਦਿਓ ਵੀ ਜਰਨੈਲ ਨੰਗਲ ਜੀ ਵੀ ਤੁਸੀਂ ਜਿਹੜੀਆਂ ਮੰਗਾਂ ਮੰਗ ਰਹੇ ਹੋ ਉਹ ਮੰਗਾਂ ਤੁਹਾਡੀਆਂ ਗਲਤ ਆ, ਗੈਰ ਸੰਵਿਧਾਨਕ ਆ, ਗੈਰ ਕਾਨੂੰਨੀ ਆ, ਤੁਸੀਂ ਕਹਿ ਦਿਓ, ਅਸੀਂ ਮੰਨ ਜਾਾਂਗੇ। ਤੁਹਾਨੂੰ ਅਸੀਂ ਦੱਸ ਦਾਂਗੇ ਅਸੀਂ ਕਿੱਦਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਆ। ਦੂਸਰੀ ਗੱਲ ਆ ਵੀ ਹੁਣ ਇਹਨਾਂ ਨੇ ਅੱਜ 5 ਮੈਂਬਰੀ ਇੱਕ ਕਮੇਟੀ ਬਣਾਤੀ ਆ। ਸਾਨੂੰ ਪਰਚੇ ਦਾ ਕੋਈ ਦੁੱਖ ਨਹੀਂ ਹੈਗਾ, ਕੋਈ ਗੱਲ ਨਹੀਂ, ਲੋਕਾਂ ਦੀ ਲੜਾਈ ਲੜਦੇ ਆ, ਪਰਚਾ ਹੋ ਗਿਆ ਕੋਈ ਗੱਲ ਨਹੀਂ, ਹੋਰ ਵੀ ਹੋ ਸਕਦੇ ਆ। ਲੇਕਿਨ ਅਸੀਂ ਜਿਹੜੀ ਲੜਾਈ ਲੜ ਰਹੇ ਆ ਉਹਦੇ ਵਿੱਚ ਜਿਹੜਾ ਪੇਰੈਂਟਸ ਨੂੰ ਲੁੱਟਿਆ ਜਾ ਰਿਹਾ ਪ੍ਰਾਈਵੇਟ ਸਕੂਲ ਮਾਫੀਆ ਵੱਲੋਂ, ਅਸੀਂ ਉਹ ਅੱਜ ਇਹਨਾਂ ਨੂੰ ਪ੍ਰੂਫ ਵੀ ਦਿਖਾਏ ਆ। ਇਹਨਾਂ ਨੇ 5 ਮੈਂਬਰੀ ਹੁਣ ਕਮੇਟੀ ਬਣਾਤੀ ਆ, ਜਿਹਦੇ ਵਿੱਚ ਐਸਡੀਐਮ ਸਾਹਿਬ ਦੀ ਪ੍ਰਧਾਨਗੀ ਹੇਠ ਡਿਪਟੀ ਡੀਓ ਔਰ 3 ਵੱਖੋ ਵੱਖਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ 5 ਮੈਂਬਰੀ ਕਮੇਟੀ ਬਣਾਈ ਆ। ਸ਼ੁੱਕਰਵਾਰ ਨੂੰ ਉਹ ਮੀਟਿੰਗ ਹੋਏਗੀ ਸਾਡੇ ਨਾਲ। ਅਸੀਂ ਉਸ ਮੀਟਿੰਗ ਦੇ ਵਿੱਚ ਜਿਹੜਾ ਇਹਨਾਂ ਨੂੰ ਆਪਣਾ ਪੱਖ ਰੱਖਾਂਗੇ, ਉਸ ਤੋਂ ਬਾਅਦ ਦੇਖਦੇ ਹਾਂ ਵੀ ਇਹ ਕੀ ਕਰ ਰਹੇ ਆ, ਉਸ ਤੋਂ ਬਾਅਦ ਵਿੱਚ ਦੇਖਾਂਗੇ। ਤੁਹਾਨੂੰ ਲੱਗਦਾ ਵੀ 1 ਸਾਲ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਤੁਸੀਂ ਲੜਾਈ ਲੜਦੇ ਆ ਰਹੇ ਹੋ, ਪਰ ਅਜੇ ਗੱਲ ਕਿਸੇ ਵੀ ਕੰਢੇ ਤੇ ਨਹੀਂ ਲੱਗੀ। ਗੱਲ ਇਕੱਲੇ ਫਗਵਾੜੇ ਦੀ ਨਹੀਂ, ਪੂਰੇ ਪੰਜਾਬ ਦੀ। ਤੇ ਹੁਣ ਹੋ ਜੂ ਸ਼ੁੱਕਰਵਾਰ ਨੂੰ ਜਾਂ ਅਗਲੇ ਸ਼ੁੱਕਰਵਾਰ ਨੂੰ ਲਾ ਲਓ ਜਾਂ ਹੋਰ 10 ਦਿਨ ਉੱਪਰ ਲਾ ਲਓ, ਗੱਲ ਮੁੱਕ ਜਾਊਗੀ, ਤੁਹਾਡੀਆਂ ਮੰਗਾਂ ਮੰਨ ਹੋ ਜਾਣਗੀਆਂ। ਇਹ ਤੱਕੜ ਸਾਹਿਬ ਸਿਆਣੇ ਕਹਿੰਦੇ ਹੁੰਦੇ ਆ, ਬਿਮਾਰੀ ਜਿੰਨੀ ਪੁਰਾਣੀ ਹੋਵੇ ਨਾ ਉਹਦਾ ਇਲਾਜ ਵੀ ਉਨਾ ਲੰਬਾ ਹੀ ਚੱਲਦਾ। ਇਹ ਬਿਮਾਰੀ ਬਹੁਤ ਪੁਰਾਣੀ ਆ, ਇਹਦਾ ਇਲਾਜ ਥੋੜਾ ਲੰਬਾ ਚੱਲਣਾ। ਇਹ ਕੋਈ ਛੋਟਾ ਇਲਾਜ ਨਹੀਂ ਹੈਗਾ, ਇਹ ਲੰਬਾ ਇਲਾਜ ਚੱਲਣਾ। ਔਰ ਜਿੱਦੇ ਵੱਡੇ ਮਗਰਮੱਛਾਂ ਦੇ ਨਾਲ ਪੰਗਾ ਆ, ਇਹ ਲੋਕ ਜਿਹੜੇ ਹੈਗੇ ਆ, ਪ੍ਰਾਈਵੇਟ ਸੈਕਟਰ ਜਿਹੜਾ ਇੰਨਾ ਮਜ਼ਬੂਤ ਹੋ ਚੁੱਕਾ ਕਿ ਪ੍ਰਾਈਵੇਟ ਸੈਕਟਰ ਸਰਕਾਰ ਚਲਾ ਰਿਹਾ, ਪ੍ਰਾਈਵੇਟ ਸੈਕਟਰ ਜਿਹੜਾ ਇਹਨਾਂ ਨੂੰ ਕਰੋੜਾਂ ਰੁਪਈਆ ਫੰਡ ਦੇ ਰਿਹਾ। ਇਸ ਕਰਕੇ ਸਰਕਾਰ ਜਿਹੜੀ ਆ ਇਹਨਾਂ ਦੇ ਖਿਲਾਫ ਕੁਝ ਕਰ ਨਹੀਂ ਰਹੀ। ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਨੰਗਾ ਕਰ ਰਹੇ ਆ। ਅਸੀਂ ਇਹਨਾਂ ਲੋਕਾਂ ਦੀ ਲੁੱਟ ਖਸੁੱਟ, ਜਿਹੜੇ ਲੋਕ ਇਹ ਅੱਗੇ ਸਕੂਲਾਂ ਨੂੰ ਕਹਿੰਦੇ ਸੀ ਨੇਸ਼ਨ ਬਿਲਡਰ, ਪਰ ਹੁਣ ਇਹ ਨੇਸ਼ਨ ਬਿਲਡਰ ਨਹੀਂ ਰਹੇ, ਇਹ ਇਕੱਲੇ ਬਿਲਡਰ ਬਣ ਗਏ। ਬਿਲਡਰ ਆ ਇਹ ਬੰਦੇ ਜਿਹੜੇ ਹੈਗੇ ਆ, ਇਹਨਾਂ ਨੇ ਦੁਕਾਨਾਂ ਖੋਲ੍ਹ ਲਈਆਂ। ਵਿੱਦਿਆ ਦਾ ਮੰਦਿਰ ਨਹੀਂ ਹੈਗਾ ਹੁਣ ਸਕੂਲ, ਵਿੱਦਿਆ ਦਾ ਮੰਦਿਰ ਨਹੀਂ, ਇੱਕ ਦੁਕਾਨ, ਇੱਕ ਮਾਲ ਬਣ ਗਿਆ ਇਹ, ਜਿੱਥੋਂ ਕਿਤਾਬਾਂ ਵੀ ਮਿਲਣੀਆਂ, ਜਿੱਥੋਂ ਜੁੱਤੀਆਂ ਵੀ ਮਿਲਣੀਆਂ, ਜਿੱਥੋਂ ਵਰਦੀਆਂ ਵੀ ਮਿਲਣੀਆਂ, ਜਿੱਥੋਂ ਇਹਨਾਂ ਨੂੰ ਬਾਕੀ ਚਾਰजेस ਵੀ ਲੈਣੇ ਆ, ਇੱਕ ਮਾਲ ਬਣ ਗਿਆ ਇਹ ਲੋਕ ਜਿਹੜੇ ਹੈਗੇ ਆ, ਇਹ ਜਿੱਡੇ ਵੱਡੇ ਪੈਮਾਨੇ ਦੇ ਉੱਤੇ ਲੋਕਾਂ ਦੀ ਲੁੱਟ ਕਰ ਰਹੇ ਆ। ਲੜਾਈ ਤਾਂ ਜੇ ਮੈਂ ਕਹਿੰਦਾ ਸ਼ੁਰੂ ਹੋਈ ਆ, ਖਤਮ ਥੋੜੀ ਹੋਈ ਆ। ਇਹ ਖਤਮ ਇਦਾਂ ਨਹੀਂ ਹੋਣੀ ਜਿੰਨੀ ਦੇਰ ਤੱਕ ਸਾਡੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਪ੍ਰਤੀ ਵਫਾਦਾਰ ਨਹੀਂ, ਲੋਕਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ, ਜਿੰਨੀ ਦੇਰ ਤੱਕ ਆ ਅਫਸਰਸ਼ਾਹੀ, ਆ ਜਿਹੜੀ ਬੈਠੀ ਅਫਸਰਸ਼ਾਹੀ, ਇਹਨਾਂ ਨੂੰ ਨਹੀਂ ਅਹਿਸਾਸ ਹੁੰਦਾ ਵੀ ਸਾਡੀ ਜ਼ਿੰਮੇਵਾਰੀ ਕੀ ਹੈ। ਮੈਂ ਅਕਸਰ ਇਹ ਗੱਲ ਕਹਿੰਦਾ, ਜਿਹੜੇ ਪਬਲਿਕ ਸਰਵੈਂਟ ਹੈਗੇ ਆ ਉਹ ਲੋਕਾਂ ਲਈ ਜਵਾਬਦੇਹ ਹੈਗੇ ਆ। ਸਾਡੇ ਜੇਬਾਂ ਦੇ ਵਿੱਚੋਂ ਟੈਕਸ ਕੱਟ ਕੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਗਰਮ ਹੁੰਦੇ ਆ। ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਕਰਨੀ, ਕਾਨੂੰਨ ਦੀ ਪਾਲਣਾ ਕਰਵਾਉਣੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਅਸੀਂ ਇਹ ਲੜਾਈ ਜਿਹੜੀ ਹੈਗੀ ਜਾਰੀ ਰੱਖਾਂਗੇ। ਸ਼ੁੱਕਰਵਾਰ ਦੀ ਮੀਟਿੰਗ ਕੋਈ ਆਖਰੀ ਮੀਟਿੰਗ ਨਹੀਂ ਹੋਏਗੀ। ਸ਼ੁੱਕਰਵਾਰ ਦੀ ਮੀਟਿੰਗ ਦੇ ਵਿੱਚ ਨਿਕਲਦਾ ਕੀ ਆ ਇਹ ਦੇਖਾਂਗੇ। ਸੋ ਕੱਲ ਵੀ ਇਹਨਾਂ ਵੱਲੋਂ ਏਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਸਾਰਾ ਦਿਨ ਧਰਨਾ ਲਾਇਆ ਗਿਆ। ਉਸ ਤੋਂ ਬਾਅਦ ਅੱਜ ਇਹਨਾਂ ਦੀ ਮੀਟਿੰਗ ਤਾਂ ਹੋ ਗਈ ਆ, ਪਰ ਇਹਨਾਂ ਨੂੰ ਇੱਕ ਆਸ ਹੋ ਗਈ ਆ ਵੀ ਫਰਾਈਡੇ ਜਿਹੜੀ ਮੀਟਿੰਗ ਹੋਣੀ ਆ ਸ਼ਾਇਦ ਉਹਦੇ ਵਿੱਚ ਕੋਈ ਸਿੱਟਾ ਨਿਕਲ ਜਾਵੇਗਾ। ਪਰ ਵੇਖਣਾ ਤਾਂ ਇਹ ਹੈਗਾ ਵੀ ਪਿਛਲੇ 1 ਸਾਲ ਤੋਂ ਜਿਵੇਂ ਇਹ ਡਟੇ ਹੋਏ ਆ, ਪਰ ਕਿਸੇ ਦੇ ਵੀ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ ਕਿ ਇਸ ਸ਼ੁੱਕਰਵਾਰ ਨੂੰ ਕੋਈ ਹੱਲ ਹੁੰਦਾ ਜਾਂ ਨਹੀਂ ਹੁੰਦਾ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਨਿਤਨ ਬੱਗਾ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਫਗਵਾੜਾ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ, ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਤੰਤਰ ਮੰਤਰ ਦੇ ਸਮਰਾਟ ਗੁਰੂ ਅਜਮੇਰੀ ਬਾਬਾ ਜੀ ਲੁਧਿਆਣੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਇੱਕ ਕੰਮ ਦੀ ਗਰੰਟੀ ਸਟਾਂਪ ਪੇਪਰ ਤੇ ਲਿਖ ਕੇ ਲਓ। ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ। ਤੁਸੀਂ ਵੀ ਵੇਖੋ ਚਮਤਕਾਰ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ, ਜਿਵੇਂ ਸੌਂਤਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਪ੍ਰੇਮ ਵਿਆਹ ਜਾਂ ਫਿਰ ਉਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛੁਡਾਉਣਾ, ਲਾਟਰੀ ਸੱਟੇ ਦਾ ਨੰਬਰ, ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਘਰੇਲੂ ਝਗੜਿਆਂ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਬਾਬਾ ਜੀ ਕਹਿੰਦੇ ਨੇ, ਕਰਕੇ ਵਿਖਾਉਂਦੇ ਹਨ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ। ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਕ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ।
ਇੱਕ ਫੋਨ ਕਾਲ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਤਾਂ ਫਿਰ ਦੇਰ ਕਿਉਂ, ਹੁਣੇ ਕਾਲ ਕਰੋ 98768 00768।